ਦੇ ਘਰ ਗਏ ਆ। ਇਹ ਵੇਖੋ ਕਈ ਜਗ੍ਹਾ ਨੇ ਮੈਂ ਨਹੀਂ ਦਿਖਾ ਸਕਦੀ। ਇਹਨਾਂ ਮਾਰ ਮਾਰ ਕੇ ਮੇਰਾ ਦਿਮਾਗ ਨਹੀਂ ਕੰਮ ਕਰਦਾ। ਸਾਡਾ ਸਿਰ ਕੁੱਟਿਆ, ਮੇਰੀ ਬੇਟੀ ਨੂੰ ਇਸ ਰੁਕਦੀਆਂ ਚੰਡਾਂ ਮਾਰੀਆਂ ਤੇ ਮੁੱਕੇ ਮਾਰਨਾ ਸਾਡੀ ਸੁਣੀ ਹੀ ਨਹੀਂ। ਸਾਨੂੰ ਉਹਨਾਂ ਕੁੱਟਣ ਤੋਂ ਸਿਵਾ ਹੋਰ ਗੱਲ ਨਹੀਂ ਸਾਡੇ ਨਾਲ ਕੀਤੀ। ਆਂਟੀ ਜੀ, ਜਦੋਂ ਬੱਚੇ ਨੂੰ ਗੋਲੀ ਲੱਗ ਗਈ ਹਸਪੀਟਲ ਲੈ ਗਏ, ਤੁਸੀਂ ਇਹਨਾਂ ਨੂੰ ਇਤਲਾਹ ਦਿੱਤੀ ਸੀ? ਤੁਸੀਂ ਗਏ ਸੀ ਪਿੱਛੇ ਇਹਨਾਂ ਦੇ ਘਰ ਕਿ ਕਿਵੇਂ ਹੋਇਆ ਵਾਕਿਆ? ਇਹਨਾਂ ਦੇ ਘਰ ਗਏ ਆ। ਇਹ ਵੇਖੋ ਕਈ ਜਗ੍ਹਾ ਨੇ ਮੈਂ ਨਹੀਂ ਦਿਖਾ ਸਕਦੀ। ਇਹਨਾਂ ਮਾਰ ਮਾਰ ਕੇ ਮੇਰਾ ਦਿਮਾਗ ਨਹੀਂ ਕੰਮ ਕਰਦਾ। ਜਿਹੜਾ ਤੁਹਾਡੇ ਜ਼ਖਮ ਹੈ ਇਹ ਕਿਹਨਾਂ ਨੇ ਮਾਰਿਆ ਤੁਹਾਨੂੰ? ਉਹਦੀਆਂ ਚਾਚੀਆਂ ਨੇ, ਦਨਾਨ ਦੀਆਂ ਨੇ, ਉਹਦੀ ਫੁੱਫੀ ਨੇ, ਦਨਾਨ ਦੀ ਨੇ, ਉਹਦੀ ਭੈਣ ਨੇ, ਦਨਾਨ ਦੀ ਨੇ, ਦਨਾਨ ਦੀ ਵਾਲਦਾ ਨੇ ਨਹੀਂ ਕੁਛ ਆਖਿਆ। ਤੁਹਾਨੂੰ ਕਿਉਂ ਮਾਰਿਆ? ਤਸ਼ੱਦਦ ਕਿਉਂ ਕੀਤਾ ਤੁਹਾਡੇ ਤੇ? ਕੀਤਾ ਕਿ ਤੁਸੀਂ ਮਾਰ ਕੇ ਤੇ ਸਾਡੇ ਘਰ ਆ ਗਏ ਹੋ। ਅਸੀਂ ਤੇ ਗਏ ਆਪਣੇ ਦਿਮਾਗ ਮਾਰਿਆ ਕਿ ਅਸੀਂ ਜਾਣਾ, ਇੱਥੋਂ ਲੋਕਾਂ ਸਾਨੂੰ ਘੱਲਿਆ ਤੇ ਅਸੀਂ ਗਏ। ਕੌਣ ਕੌਣ ਗਿਆ ਸੀ? ਇੱਥੇ ਗਿਆ ਸੀ ਇੱਕ ਮੇਰਾ ਬੇਟਾ ਗਿਆ ਸੀ ਵੱਡਾ ਵੈਸ, ਇੱਕ ਮੇਰੀ ਧੀ ਜਿਹੜੀ ਉਹਨਾਂ ਦੇ ਘਰ ਦੁਲਹਨ ਸੀ ਉਹ ਗਈ, ਆਲਫਾ ਸਵੇਰਾ ਗਈ, ਇੱਕ ਮੈਂ ਗਈ, ਦੋ ਮੇਰੇ ਜੇਠ ਦੀਆਂ ਨੂੰਹਾਂ ਗਈਆਂ, ਦੋ ਮੇਰੇ ਜੇਠ ਗਏ। ਇਹਨਾਂ ਸਾਨੂੰ ਮੇਰੇ ਬੇਟੇ ਨੂੰ ਥੱਲੇ ਢਾ ਲਿਆ, ਅਵੈਸ ਨੂੰ ਥੱਲੇ ਢਾ ਲਿਆ। ਮੇਰੇ ਬੇਟੇ ਨੇ ਨਾ ਉਹ ਜਿਹੜਾ ਮੇਰਾ ਜੇਠ ਉਹਨੇ ਫੜ ਕੇ ਇੰਜ ਕਰਕੇ ਉਹਨੂੰ ਪਰਾਂ ਭਾਈ ਨੂੰ ਕੀਤਾ। ਜਿਹੜਾ ਅਲਫਾ ਦਾ ਦਿਓਰ ਏ ਉਹ ਇੰਜ ਹੂਰੇ ਲੈ ਪੈਂਦਾ, ਇੰਨੀ ਕਿ ਸਾਰੀ ਗਲੀ ਏ ਉਹਦੇ ਵਿੱਚ ਨਾ ਸਾਡਾ ਸਿਰ ਕੁੱਟਿਆ, ਮੇਰੀ ਬੇਟੀ ਨੂੰ ਇਸ ਰੁਕਦੀਆਂ ਚੰਡਾਂ ਮਾਰੀਆਂ ਤੇ ਮੁੱਕੇ ਮਾਰ ਮਾਰ ਕੇ ਅਲਫਾ ਨੂੰ ਵੀ। ਤੇ ਇਹ ਵੇਖੋ ਹਾਂ, ਇਹ ਕੋਈ ਜਗ੍ਹਾ ਜਿਹੜੀ ਤੈਨੂੰ ਮੈਂ ਵਹਾਵਾਂ ਤੇ ਤੁਸੀਂ ਆਖੋ ਕਿ ਵਾਕਈ ਮਾਂ ਸੜ ਗਈ ਹੈ। ਤੁਸੀਂ ਉਹਨਾਂ ਨੂੰ ਪੁੱਛਿਆ ਨਹੀਂ ਹੈ ਵੀ ਕਿ ਅਸੀਂ ਤੇ ਤੁਹਾਡੇ ਦੁੱਖ ਦੇ ਵਿੱਚ ਸ਼ਾਮਲ ਹੋਣਾ? ਨਹੀਂ, ਉਹਨਾਂ ਸਾਡੀ ਸੁਣੀ ਹੀ ਨਹੀਂ। ਸਾਨੂੰ ਉਹਨਾਂ ਕੁੱਟਣ ਤੋਂ ਸਿਵਾ ਹੋਰ ਗੱਲ ਨਹੀਂ ਸਾਡੇ ਨਾਲ ਕੀਤੀ। ਕਿਵੇਂ ਉੱਥੋਂ ਜਾਨ ਬਚਾ ਕੇ ਫਿਰ ਤੁਸੀਂ ਆਏ? ਬੜੀ ਮੁਸ਼ਕਲ। ਉਹ ਭਾਈ ਦਾ ਅੱਲਾ ਉਹਨੂੰ ਬਹੁਤਾ ਦੇ, ਇੰਨਾ ਕੁ ਦੇ ਜਿਹੜਾ ਤੋੜ ਕੇ ਨੇ ਜਿੰਨੇ ਸਾਨੂੰ ਉਸ ਘਰ ਵਿੱਚੋਂ ਕੱਢਿਆ। ਜਿਹੜੇ ਅੰਦਰ ਡਕੋ ਇਹਨਾਂ ਨੂੰ, ਇਹਨਾਂ ਕੁੱਤੀਆਂ ਬਗੈਰਤੀਆਂ ਨੂੰ ਜਾਣ ਨਹੀਂ ਦੇਣਾ। ਗਸ਼ਤੀਆਂ ਨੂੰ ਗਸ਼ਤੀ ਜੇ ਤੂੰ ਬੰਦਾ ਮਰਵਾਇਆ ਐਸਾ ਦੇ ਲਫ਼ਜ਼ ਆਖ ਚੜੇ ਨੇ ਕਿ ਪੁੱਤਰਾ ਤੁਸੀਂ ਮੇਰੇ ਪੁੱਤਰ ਲੱਗੇ, ਮੈਂ ਦੱਸ ਨਹੀਂ ਸਕਦੀ। ਮੇਰੀ ਧੀ ਨਾਲ ਇਹਨਾਂ ਬੜੀ ਜਾਸਤੀ ਕੀਤੀ ਹੈ। ਮਾਂ ਕਾਹਦੇ ਵਾਸਤੇ ਗਈ? ਮਾਂ ਪਿਓ ਕਾਹਦੇ ਵਾਸਤੇ ਲਾਦ ਵਿਆਹੁੰਦਾ? ਖੁਸ਼ੀਆਂ ਵੇਖਣ ਵਾਸਤੇ। ਉਹਨੂੰ ਵੀ ਧੀ ਦਿੱਤੀ ਸੀ, ਪੁੱਤਰ ਬਣਾਇਆ ਸੀ, ਪੁੱਤਰਾਂ ਨਾਲੋਂ ਵੀ ਬਹੁਤਾ ਉਹਦੇ ਨਾਲ ਮੇਰਾ ਪਿਆਰ ਸੀ। ਸਾਰੇ ਚਾਅ ਪੂਰੇ ਕੀਤੇ? ਸਾਰੇ ਚਾਅ ਪੂਰੇ ਕੀਤੇ। ਇੱਕ ਚਾਅ ਨਹੀਂ ਪੁੱਤਰ ਦਾ ਛੱਡਿਆ ਤੇ ਇਹਨਾਂ ਇੱਕ ਚਾਅ ਨਹੀਂ ਮੇਰਾ ਰਹਿਣ ਦਿੱਤਾ। ਵਾਧੇ ਦੀ ਮੇਰੀ ਬੇਟੀ ਨੂੰ ਚਾੜ ਕੇ ਨਿਊ ਤੇ ਮੇਰਾ ਲਾਂਗੀ ਲਾ ਛੜਿਆ। ਨਾ ਕੋਈ ਆਉਣ ਵਾਲੀ ਨਸਲ ਨੂੰ ਰਿਸ਼ਤਾ ਮੈਨੂੰ ਦੇਵੇ ਤੇ ਨਾ ਮੇਰੇ ਕੋ ਖੜੇ। ਮੇਰੀ ਜ਼ਿੰਦਗੀ ਬਹੁਤ ਪੁੱਤਰਾ ਬਰਬਾਦ ਕਰ ਛੜੀ ਨੇ। ਚਲੋ ਅੱਲਾ ਭਲਾ ਕਰੇ, ਅੱਲਾ ਇੰਨਾ ਕਦੇ ਨੇ ਜਿਹੜਾ ਥੋੜ ਕੇ ਨਾ ਪਏ ਤੇ ਉਹ ਦਿਮਾਗ ਮੈਨੂੰ ਭੁੱਲਣਾ ਨਹੀਂ। ਤੁਹਾਡੀ ਧੀ ਤੇ ਇਹ ਵੀ ਇਲਜ਼ਾਮ ਲਗਾਇਆ ਕਿ ਪੁੱਤਰ ਨੂੰ ਗੋਲੀਆਂ ਸਾਡੇ ਨੂੰ ਮਾਰ ਦਿੱਤੀਆਂ ਤੇ ਧੀ ਨੇ ਜੇਬ ਵਿੱਚੋਂ ਪੈਸੇ ਕੱਢ ਲਿੱਤੇ ਨੇ। ਨਹੀਂ ਬੇਟਾ, ਇਹ ਗਲਤ ਗੱਲ ਹੈ। ਬੇਟਾ ਇਹ ਗਲਤ ਗੱਲ ਹੈ। ਮੈਂ ਜਿੱਦਾਂ ਧੀ ਇਹਨਾਂ ਦੇ ਘਰ ਟੋਰੀਆਂ, ਮੈਂ 20,000 ਰੁਪਏ ਆਪਣੀ ਧੀ ਦੇ ਪਰਸ ਚ ਪਾ ਕੇ ਕੱਲਿਆ ਦੋਵਾਂ ਧੀਆਂ ਦੇ। ਮੈਂ ਹਾਂ ਇਹਨਾਂ ਦੇ ਪੈਸਿਆਂ ਨੂੰ ਕੀ ਕਰਨਾ ਸੀ ਜਦੋਂ ਮੈਂ ਇਹਨਾਂ ਦੇ ਲਾਗ ਨਹੀਂ ਲਵਾਏ। ਮੈਂ ਇਹਨਾਂ ਦਾ ਕੁਛ ਨੁਕਸਾਨ, ਕੋਈ ਚੀਜ਼ ਦੀ ਕੋਈ ਹੱਕ ਮੈਰ, ਕੋਈ ਡਿਮਾਂਡ ਨਹੀਂ ਕੀਤੀ ਨਾ। ਹੱਕ ਮੈਰ ਤੇ ਸਿਰਫ ਇਹਨਾਂ 5,000 ਰੁਪਇਆ ਮੇਰੀ ਬੇਟੀ ਅੱਲਾ ਵਾਸਤੇ ਧੀਆਂ ਦਿੱਤੀਆਂ। ਅੱਲਾ ਵਾਸਤੇ ਧੀਆਂ ਦਿੱਤੀਆਂ ਨੇ। ਮੈਂ ਵੱਡੀ ਕੱਲੇ ਵਿਆਹੀ, ਉਹ ਵੀ ਅੱਲਾ ਵਾਸਤੇ ਦਿੱਤੀ। ਮੈਂ ਇਹ ਵੀ ਅੱਲਾ ਵਾਸਤੇ ਧੀਆਂ ਦਿੱਤੀਆਂ ਨੇ। ਫਿਰ ਮਾਂ ਜੀ ਤੁਹਾਡੇ ਤੇ ਇਸ ਤਰ੍ਹਾਂ ਦੇ ਇਲਜ਼ਾਮ ਕਿਉਂ ਲਗਾਏ? 5 ਰੁਪਏ ਦੀ ਮੈਂ ਰਵਾਦਾਰ ਨੇ। ਜਿੱਥੇ ਮਸਜਿਦ 'ਚ ਵੀ ਮੈਨੂੰ ਲੈ ਜਾਂਦੇ, ਅਸੀਂ ਮਸਜਿਦ 'ਚ ਵੀ ਖਲੋ ਕੇ ਪ੍ਰਾਣ ਫੜ ਕੇ ਆਕਾਂਗੇ ਕਿ ਹਾਂ ਇਹਨਾਂ ਦੇ 5 ਰੁਪਈਆਂ ਦੇ ਰਵਾਦਾਰ ਨੇ। ਸਿਰਫ ਦੁੱਧੋ ਕੁੱਟੀ ਦਾ 20,000 ਰੁਪਈਆ। ਕਿਉਂ ਇੰਨੇ ਇਲਜ਼ਾਮ ਇਸ ਤਰ੍ਹਾਂ ਦੇ ਘਟੀਆ ਕਿਸਮ ਦੇ ਧੀ ਤੁਹਾਡੀ ਤੇ ਲਗਾ ਦਿੱਤੇ? ਪੁੱਤਰ ਉਹਨਾਂ ਦੀ ਮਰਜ਼ੀ, ਉਹਨਾਂ ਦਾ ਗੰਦੇ ਦੇਣ ਸਨ, ਮੇਰਾ ਗੰਦਾ ਦੇਣ ਨੇ। ਮੈਂ ਹੁਣ ਵੀ ਨਬੀ ਦੇ ਝੰਡੇ ਥੱਲੇ ਖਲੋ ਕੇ ਵੀ ਇਹ ਗੱਲ ਆਖਾਂਦੀ ਕਿ ਉਹ ਮੇਰੇ ਰਿਸ਼ਤੇਦਾਰ ਸਨ। ਮੈਂ ਰਿਸ਼ਤੇਦਾਰੀ ਕੀਤੀ ਸੀ, ਧੀ ਦੇ ਕੇ ਕੀਤੀ ਸੀ, ਪੁੱਤਰ ਬਣਾਇਆ ਸੀ। ਜਿਹੜਾ ਉਹਦਾ ਸਹੁਰਾ ਵੇ ਨਾਸਰ ਸਾਈ, ਮੇਰਾ ਕੂੜਾ ਮਸੀ। ਉਹ ਜਿਹੜੀ ਪ੍ਰਵੀਨ ਉਹ ਮੇਰੀ ਕੁੜਮਣੀ ਸੀ। ਇਹਨਾਂ ਤੁਹਾਡੇ ਕੁੜਮ ਨੇ ਤੇ ਕੁੜਮਣੀ ਨੇ ਵੀ ਬਦਤਮੀਜ਼ੀਆਂ ਕੀਤੀਆਂ? ਨਹੀਂ, ਸਾਡੇ ਨਾਲ ਨਹੀਂ ਕੀਤੀ। ਮਾਂ ਪਿਓ ਨੇ ਕੁਝ ਨਹੀਂ ਕਿਹਾ? ਨਹੀਂ, ਝੂਠ ਨਹੀਂ ਮਾਰਨਾ। ਉਹਨਾਂ ਦੋਵਾਂ ਜੀਆਂ ਸਾਡੇ ਨਾਲ ਬਦਤਮੀਜ਼ੀ ਨਹੀਂ ਕੀਤੀ, ਸਿਰਫ ਉਹਦੇ ਉਤਲਿਆਂ ਨੇ ਕੀਤੀ ਹੈ। ਨਾ ਉਹਨਾਂ ਸਾਡੇ ਨਾਲ ਚੰਗੀ ਕੀਤੀ ਹੈ, ਨਾ ਉਹਨਾਂ ਸਾਡੇ ਨਾਲ ਮੰਦੀ ਕੀਤੀ ਹੈ। ਇਹਦੇ ਉਤਲਿਆਂ ਰਿਸ਼ਤੇਦਾਰਾਂ ਨੇ ਸਰਗੋਧਿਓਂ ਆਏ ਨੇ, ਉਹਨਾਂ ਸਾਡੀ ਨਾਲ ਜੋ ਵੀ ਕੀਤਾ ਉਹਨਾਂ ਕੀਤਾ। ਚਾਚੀਆਂ ਕੀਤਾ, ਭੈਣ ਨਾਸਰ ਸਾਈ ਦੀ ਧੀ ਨੇ ਕੀਤਾ, ਉਹਦੀ ਭੈਣ ਨੇ ਕੀਤਾ। ਜੋ ਕੀਤਾ ਪੁੱਤਰਾ ਮੈਂ ਤੈਨੂੰ ਸਾਰਾ ਮਾਮਲਾ ਸੁਣਾ ਛੱਡਿਆ। ਮਾਂ ਜੀ, ਇੰਨਾ ਤੁਹਾਡੀ ਧੀ ਤੇ ਇਲਜ਼ਾਮ ਲਗਾ ਦਿੱਤੇ ਨੇ, ਪੂਰੀ ਦੁਨੀਆ ਦੇ ਨਸ਼ਰ ਕਰ ਛੜੀ ਨੇ। ਕਿਵੇਂ ਇੱਜ਼ਤ ਨੂੰ ਸਮੇਟੋਗੇ? ਕਿਵੇਂ ਉਸ ਧੀ ਦਾ ਅੱਗੇ ਘਰ ਵਸਾਓਗੇ? ਕਿਸ ਤਰ੍ਹਾਂ ਤੁਸੀਂ? ਮੈਂ ਕਹਿੰਦਾ ਕਿ ਤੁਹਾਡੀ ਹਿੰਮਤ ਹੈਗੀ ਹੈ ਕਿ ਤੁਸੀਂ ਹੁਣ ਫਿਰ ਸਾਹਮਣੇ ਆ ਕੇ ਦੱਸਦੇ ਪਏ ਹੋ। ਮਰ ਗਏ ਆ ਪੁੱਤਰਾ, ਮਰ ਗਏ ਨਾ ਮੋਇਆਂ 'ਚ ਨਾ ਜਿਉਂਦਿਆਂ 'ਚ। ਮਰਨਾ ਤੇ ਉਦੋਂ ਜਿੱਦਣ ਆਉਣੀ ਹੈ। ਤੇ ਉਂਝ ਇਹਨਾਂ ਨਾਸਰ ਸਾਈ ਨੇ ਸਾਨੂੰ ਕਬਰ 'ਚ ਪਾ ਛੱਡਿਆ।
ਤੇ ਇਹ ਜਿਨੇ ਤੁਹਾਡੀ ਧੀ ਦਾ ਘਰ, ਤੁਹਾਡੇ ਘਰ, ਉਹਨਾਂ ਦਾ ਘਰ ਉਜਾੜ ਦਿੱਤਾ, ਉਹਨੂੰ ਕੀ ਸਜ਼ਾ ਹੋਣੀ ਚਾਹੀਦੀ? ਉਹਨੂੰ ਬਸ਼ੱਕ ਕਤਲ ਕਰ ਛੱਡ, ਫਾਂਸੀ ਦੇ ਫੱਟੇ ਤੇ ਲਾ ਦੇਣ। ਉਹ ਵੀ ਤੁਹਾਡਾ ਰਿਸ਼ਤੇਦਾਰ ਹੈ? ਉਹੀ ਰਿਸ਼ਤੇਦਾਰ ਹੈ, ਮੇਰਾ ਰਿਸ਼ਤੇਦਾਰ ਹੁੰਦਾ ਤੇ ਇਹ ਕੰਮ ਨਾ ਕਰਦਾ। ਹਾਂ। ਇਹ ਕੰਮ ਨਾ ਕਰਦਾ ਮੇਰੇ ਵੱਲੋਂ ਸਰੇਆਮ ਪੁੱਤਰਾ ਚੌਂਕ 'ਚ ਖਿਲਾਰ ਕੇ ਸਿੱਧੀ ਦਵਾਈ ਵਾਲੇ ਗੋਲੀ ਮਰਵਾ ਛੱਡ, ਮੈਂ ਸੀ ਨਾ ਕਰਾਂ, ਸੀ ਨਾ ਕਰਾਂ ਦੀ। ਤੁਸੀਂ ਅਜੇ ਵੀ ਆਪਣੇ ਦਮਾਦ ਦੇ ਘਰ ਵਾਲਿਆਂ ਦੇ ਨਾਲ ਹੋ? ਆਈਏ ਵੀ ਨਾਲ, ਇੰਨਾ ਕੁਝ ਹੋਣ ਦੇ ਇਹ ਬਾਵਜੂਦ? ਬਾਵਜੂਦ ਫੇਰ ਵੀ ਉਹਨਾਂ ਨੂੰ ਮੈਂ ਰਿਸ਼ਤੇਦਾਰ ਸਮਝਦੀ ਨਹੀਂ। ਉਹ ਨਹੀਂ, ਇਹ ਲਫ਼ਜ਼ ਨਹੀਂ ਆਖਣਾ। ਮੈਂ ਆਈਏ ਵੀ ਨਾਸਰ ਸਾਈ ਦੀ ਭੈਣ ਹੀ ਬਣਾਂਗੀ ਤੇ ਉਹਦੀ ਕੁੜਮਣੀ ਦੀ ਵੀ ਭੈਣ ਹੀ ਬਣਾਂਗੀ, ਬਾਕੀ ਉਹ ਨਹੀਂ ਬਣੇ, ਮੈਂ ਬਣਾਂਗੀ। ਮੈਂ ਬੇਸ਼ੱਕ ਉਹਨਾਂ ਨੂੰ ਜੇਲੇ, ਉਹਨੂੰ ਫਾਂਸੀ ਦੇ ਫੱਟੇ ਤੇ ਲਾ ਦੇਣ, ਉਹਨੂੰ ਗੋਲੀ ਮਾਰ ਦੇਣ, ਜੋ ਉਹਨਾਂ ਦਾ ਦਿਲ ਕਰਦਾ, ਫੇਰ ਵੀ ਮੈਂ ਉਹਨਾਂ ਦੇ ਨਾਲ ਦੀ। ਮਾਂ ਜੀ, ਪੁਲਿਸ ਨੇ ਵੀ ਜ਼ਾਹਰੀ ਬਾਤ ਹੈ ਤੁਹਾਨੂੰ ਵੀ ਪੁੱਛਿਆ ਗਿਛਿਆ ਹੋਏਗਾ, ਬਾਕੀ ਤੁਹਾਡੇ ਬੱਚਿਆਂ ਨੂੰ ਵੀ ਗ੍ਰਿਫਤਾਰ ਕੀਤਾ ਸੀ। ਹਾਂਜੀ, ਮੇਰੇ ਬੱਚਿਆਂ ਉਹਨਾਂ ਨੂੰ ਤੁਸੀਂ ਕੀ ਕਿਹਾ ਤੇ ਕੋ ਪੁਲਿਸ ਨੇ ਤੁਹਾਡੇ ਨਾਲ ਕਿਹਦਾ ਸਲੂਕ ਕੀਤਾ ਹੈ? ਬੱਚਿਆਂ ਨੂੰ, ਮੇਰਿਆਂ ਨੂੰ, ਉਹ ਬੱਚੇ ਮੇਰੇ ਗਏ ਨੇ ਭਨੂਜੇ ਦੇ ਮਗਰ। ਬੱਚਿਆਂ ਨੂੰ ਇਹ ਨਹੀਂ ਪਤਾ ਕਿ ਸਾਡੇ ਨਾਲ ਜ਼ੁਲਮ ਹੋ ਜਾਣਾ। ਬੱਚੇ ਉਹਨਾਂ ਫੜ ਕੇ ਤੇ ਮੇਰੇ ਅੰਦਰ ਡੱਕ ਛੜੇ, ਮੀਆਂ ਮੇਰੇ ਨੂੰ ਅੰਦਰ ਉਹਨਾਂ ਡੱਕ ਛੜਿਆ। ਅਸਾਂ ਉਹਨਾਂ ਨਾਲ ਗਲਤ ਨਹੀਂ ਕੀਤਾ। ਉਹ ਬੂਟੇ ਜੋ ਕੀਤਾ, ਮਰ ਗਿਆ ਬੂਟਾ, ਉਹਨੇ ਜੋ ਕੀਤਾ ਤੀ ਦਵਾਈ ਵਾਲਿਆਂ ਨਾਲ ਕੀਤਾ। ਸਾਡਾ ਨਾ ਬੂਟੇ ਨਾ ਕੋਈ ਲੈਣ ਦੇਣ ਸੀ, ਨਾ ਕੋਈ ਵੈਰ ਤੀ ਦਵਾਈ ਵਾਲਿਆਂ ਨੇ। ਧੀਆਂ ਦੇ ਕੇ ਪੁੱਤਰ ਬਣਾਈ ਦੇ ਨੇ, ਧੀਆਂ ਦੇ ਕੇ ਰਿਸ਼ਤੇਦਾਰ ਬਣਾਈ ਦੇ ਨੇ। ਹੋਰ ਪੁੱਤਰਾ ਇਹ ਤੋਂ ਵੱਧ ਕਿਹੜੀ ਗੱਲ ਹੁੰਦੀ ਹੈ? ਮਾਂ ਜੀ, ਆਲਾ ਹੁਕਾਮ ਤੁਹਾਨੂੰ ਸੁਣਦੇ ਪਏ ਨੇ। ਇਸ ਕਤਲ ਦੇ ਕੇਸ ਦੇ ਵਿੱਚ ਤੁਹਾਡੀ ਧੀ ਨੂੰ ਨਾਮਜ਼ਦ ਕੀਤਾ ਗਿਆ ਹੈ ਕਿ ਇਹਦੀ ਇਮਾਂ ਤੇ ਇਹਦੇ ਕਹਿਣ ਤੇ ਇੱਕ ਨੌਜਵਾਨ ਨੂੰ ਕਤਲ ਕੀਤਾ ਗਿਆ ਹੈ। ਤੁਸੀਂ ਪੁਲਿਸ ਦੇ ਆਲਾ ਅਫਸਰਾਂ ਨੂੰ, ਤੁਸੀਂ ਵਜ਼ੀਰ ਆਲਾ ਪੰਜਾਬ ਨੂੰ ਕੀ ਮੁਤਾਲਬਾ ਕਰਦੇ ਹੋ? ਤੁਹਾਨੂੰ ਕਿਵੇਂ ਇਨਸਾਫ ਚਾਹੀਦਾ ਹੈਗਾ? ਇਨਸਾਫ ਚਾਹੀਦਾ, ਪੇ ਨੂੰ ਮਾਰ ਛੱਡ, ਬੂਟੇ ਨੂੰ ਮਾਰ ਛੱਡ, ਮੇਰੀ ਬੱਚੀ ਫਾਰਗ ਕਰ ਛੱਡ। ਤੁਹਾਡੀ ਬੱਚੀ ਦਾ ਕੋਈ ਕਿਰਦਾਰ ਨਹੀਂ ਹੈ ਵਿੱਚ? ਮੇਰੀ ਬੱਚੀ ਦਾ ਕੋਈ ਗੁਨਾਹ ਨਹੀਂ, ਮੇਰੀ ਬੱਚੀ ਬੇਗੁਨਾਹ ਹੈ, बेगुनाह है। 1000 वरी भी आखो तो मेरी बच्ची बेगुनाह है। नाज़रीन, आपने माँ जी की सारी गुफ्तगू सुनी है और माँ जी के जिस्म पर जो ज़ख़म है ना, यकीन करें कि मुझे तकलीफ़ हो रही है। देखिए, जुल्म तो बहुत बड़ा हुआ है कि किसी की माँ का बेटा लखते जिगर बेदर्दी से कत्ल कर दिया, लेकिन इनकी बात सुने बगैर इन पर जो तशद्दुद किया गया। हम जब उस घर में गए थे, मकतूल के घर, तो उन्होंने हमें इस कहानी से 1% भी कुछ नहीं बताया कि वो हमारे घर तो आए ही नहीं हैं। वो तमाम इंटरव्यूज़ आप लोगों के सामने है, लेकिन ये जो जुल्म इनके साथ किया, अगर इनकी बेटी कसूरवार थी या अगर इनकी बेटी का किसी ना किसी का कोई ऐसा रिलेशन होता, तो हम इस गांव में हमें कोई एक शख्स, फर्दर कोई एक बंदा भी बता देता कि अल्फा सवेरा का बूटे के साथ कोई ऐसा नाजायज़ ताल्लुक़ था। जबकि मकतूल के लवाहिकीन का कहना है कि उनकी बहू की जो है, उनके बेटे के साथ किसी किस्म की कोई ऐसी खुशियों वाला जो मामला होता है, वो ऐसा कुछ नहीं था। अगर ऐसा कुछ नहीं था तो इल्ज़ाम लगाने से पहले आप इन माँ बाप को बता देते। एक माँ बाप की ज़िंदगी ख़त्म हो जाती है अपनी बेटियों को अपने घर से रुखसत करते हुए, और कोई भी माँ बाप ऐसा नहीं होता जो अपनी बेटी की ज़िंदगी बर्बाद कर दे, अपनी बेटी की दुनिया उजाड़ दे। किसी की आज तक तारीख में कोई ऐसा माँ बाप नहीं मिला जिसने अपनी बेटी को रुखसत किया हो और फिर उसके बाद उसकी ज़िंदगी बर्बाद कर दी हो। मुलज़म इस वक्त पुलिस की हिरासत में है और उसने इतराफ़ जुर्म कर दिया है। असल हकीकत आज हमने आपके सामने रख दी है कि दूल्हे के कत्ल के पीछे असल वजह क्या थी। अगर दूल्हा मुलज़म को थप्पड़ ना मारता, उनकी आपसी लड़ाई उन तक ही महदूद रखता, तो शायद आज वो अपने बीवी बच्चों के साथ होता, आज वो अपने माँ बाप के साथ होता, ना कि उसकी छोटी सी गलती की वजह से आज वो इस दुनिया फ़ानी से रुखसत कर गया। लेकिन उनके घर वालों से भी हमारी मौजूदाना गुजारिश है कि इस तरह के इल्ज़ामात जिनमें किसी किस्म की कोई सदाकत नहीं है, वो इल्ज़ाम लगाने से पहले एक बार जो इस वकूए से पहले आप लोगों ने इनके साथ जो भी आप लोगों के ताल्लुकात थे, जो आप लोगों ने एक दूसरे को बहन भाई बनाया था, आप उन चीज़ों को देखें। अगर आपका बेटा इस हादसे में जाँ बहक हो गया तो इसमें ना तो इस माँ का कोई कसूर है, ना इनकी बेटी का कोई कसूर है। हम अपने आला हुकाम से ये मुतालबा करते हैं कि इस केस में जिसका जितना कसूर है उसको उसके जुर्म की सज़ा ज़रूर मिलनी चाहिए, और मकतूल के लवाहिकीन को भी इंसाफ मिलना चाहिए, और हमारी इस माँ को भी इंसाफ मिलना चाहिए जिसकी बेटी की ज़िंदगी बर्बाद कर दी गई। इजाज़त चाहूँगा, अल्लाह निगहबान।